ਧੰਨਵਾਦ। ਸਭ ਨੂੰ ਜੈ ਮਸੀਹ ਦੀ। ਹਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਇੱਕ ਵਾਰ ਰੂਬਰੂ ਹੋ ਕੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਵਸਰ ਦਿੱਤਾ ਹੈ। ਅੱਜ ਦਾ ਵਿਸ਼ਾ ਹੈ ਬਾਈਬਲ ਕੀ ਹੈ। ਇਸ ਨੂੰ ਜਾਣਨਾ ਹਰ ਇੱਕ ਵਿਸ਼ਵਾਸ ਲਈ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਪ੍ਰਭੂ ਨੂੰ ਗ੍ਰਹਿਣ ਕਰਦੇ ਹਾਂ ਔਰ ਪ੍ਰਭੂ ਦੇ ਨਾਲ ਚੱਲਣਾ ਸ਼ੁਰੂ ਕਰਦੇ ਹਾਂ ਅਤੇ ਇਸ ਦੇ ਬਾਰੇ ਸਾਨੂੰ ਅਦਰ ਲੋਕ ਪੁੱਛਦੇ ਨੇ ਅਤੇ ਸਾਨੂੰ ਇਸ ਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ। ਮੈਂ ਆਪਣੇ ਜੀਵਨ ਦੇ ਵਿੱਚ ਜਦ ਮੈਂ ਪ੍ਰਭੂ ਦੇ ਕੋਲ ਆਇਆ, ਪਹਿਲੇ 4 ਜਾਂ 5 ਸਾਲ ਮੈਂ ਬਾਈਬਲ ਦੇ ਬਾਰੇ ਨਹੀਂ ਜਾਣਦਾ ਸੀ। ਸੋ ਮੈਂ ਇਸ ਗੱਲ ਦੀ ਕਮੀ ਨੂੰ ਆਪਣੇ ਜੀਵਨ 'ਚ ਵੇਖਿਆ ਹੈ। ਸੋ ਅੱਜ ਅਸੀਂ ਜਾਣਾਂਗੇ ਬਾਈਬਲ ਕੀ ਹੈ। ਧੰਨਵਾਦ। ਬਾਈਬਲ ਕੀ ਹੈ? ਮਸੀਹ ਵਿਸ਼ਵਾਸੀ ਜਿਸ ਪਵਿੱਤਰ ਗ੍ਰੰਥ ਨੂੰ ਪੜ੍ਹਦੇ ਹਨ ਉਸ ਨੂੰ ਪਰਮੇਸ਼ਵਰ ਦਾ ਵਚਨ ਵੀ ਕਹਿੰਦੇ ਹਨ। ਨੰਬਰ 2, ਇਹ ਇੱਕ ਇਤਿਹਾਸਿਕ ਕਿਤਾਬ ਹੈ। ਇਸ ਵਿੱਚ ਮਨੁੱਖ ਜਾਤੀ ਲਈ ਪਰਮੇਸ਼ਵਰ ਦੀ ਯੋਜਨਾਵਾਂ ਨੇ। ਇਸ ਵਿੱਚ ਇਨਸਾਨ ਲਈ ਸਿੱਖਿਆ, ਤਾੜਨਾ, ਸੁਧਾਰਨਾ ਅਤੇ ਧਾਰਮਿਕਤਾ ਦੇ ਤਿਆਰ ਕਰਦਾ ਹੈ। ਸਾਨੂੰ ਪਰਮੇਸ਼ਵਰ ਦਾ ਵਚਨ ਕੀ ਕਰਦਾ ਹੈ? ਸਿੱਖਿਆ ਦਿੰਦਾ ਹੈ, ਤਾੜਨਾ ਦਿੰਦਾ ਹੈ, ਸੁਧਾਰਨਾ ਸਾਡੀ ਕਰਦਾ ਹੈ ਔਰ ਧਾਰਮਿਕ ਕੰਮਾਂ ਦੇ ਲਈ ਸਾਨੂੰ ਕੀ ਕਰਦਾ ਹੈ? ਉਹ ਤਿਆਰ ਕਰਦਾ ਹੈ। ਅੱਗੇ ਦੇਖਾਂਗੇ ਇਸ ਨੂੰ ਬਾਈਬਲ ਨਾਮ ਕਿਉਂ ਦਿੱਤਾ ਗਿਆ। ਗ੍ਰੀਕ ਭਾਸ਼ਾ ਵਿੱਚ ਇਸ ਨੂੰ ਬਿਬਲੀਆ ਕਹਿੰਦੇ ਨੇ, ਜਿਸ ਦਾ ਅਰਥ ਹੈ ਬਹੁਤ ਸਾਰੀਆਂ ਕਿਤਾਬਾਂ। ਇਸ ਲਈ ਇੰਗਲਿਸ਼ ਭਾਸ਼ਾ ਵਿੱਚ ਇਸ ਨੂੰ ਬਾਈਬਲ ਰੱਖਿਆ ਗਿਆ ਹੈ। ਅਗਲਾ, 3 ਭਾਸ਼ਾ ਵਿੱਚ ਲਿਖਿਆ ਗਿਆ। ਹੁਣ ਬਾਈਬਲ ਜਿਹੜੀ ਹੈ ਸਾਡੀ ਉਹ 3 ਭਾਸ਼ਾ ਵਿੱਚ ਮੁੱਖ ਰੂਪ 'ਚ ਲਿਖੀ ਗਈ ਹੈ। ਪਹਿਲੀ ਹੈ ਇਬਰਾਨੀ ਭਾਸ਼ਾ, ਦੂਸਰੀ ਹੈ ਅਰਾਮੀ ਭਾਸ਼ਾ, ਤੀਸਰੀ ਹੈ ਯੂਨਾਨੀ ਭਾਸ਼ਾ। ਅੱਗੇ, ਬਾਈਬਲ ਲਿਖਣ ਲਈ ਇਸਤੇਮਾਲ ਕੀਤੀ ਗਈਆਂ ਸਮੱਗਰੀਆਂ। ਬਈ ਉਸ ਸਮੇਂ ਜਦੋਂ ਬਾਈਬਲ ਪਰਮੇਸ਼ਵਰ ਦੇ ਜਨਾਂ ਨੇ ਬਾਈਬਲ ਨੂੰ ਲਿਖਿਆ, ਪਰਮੇਸ਼ਵਰ ਦੇ ਵਚਨ ਨੂੰ ਲਿਖਿਆ, ਅਤੇ ਉਹਨਾਂ ਨੇ ਇਸਤੇਮਾਲ ਕੀ ਕੀਤਾ? ਮਿੱਟੀ ਦੀਆਂ ਪਲੇਟਾਂ ਸੀ, ਪੱਥਰ ਦੀਆਂ ਤਖਤੀਆਂ ਸੀ, ਕਾਗਜ਼ ਜਿਹੜੇ ਹੁੰਦੇ ਉਹਨਾਂ ਦੇ ਲਿਖਣ ਲਈ ਰੋਲ ਸੀ, ਚਮੜੇ ਦੇ ਰੋਲ ਸੀ। ਇਹਨਾਂ ਉੱਤੇ ਪਰਮੇਸ਼ਵਰ ਦੇ ਜਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਲਿਖਿਆ। ਅੱਗੇ ਦੇਖਦੇ ਹਾਂ, ਬਾਈਬਲ ਨੂੰ ਲਿਖਣ ਦਾ ਸਮਾਂ ਲਗਭਗ 1500 ਸਾਲ ਹੈ। ਕਿੰਨੇ ਲੇਖਕਾਂ ਦੁਆਰਾ ਲਿਖਿਆ ਗਿਆ? ਲਗਭਗ 40 ਲੇਖਕਾਂ ਦੁਆਰਾ ਲਿਖਿਆ ਗਿਆ ਹੈ। ਕਿਸ ਸ਼੍ਰੇਣੀ ਦੇ ਸੀ ਉਹ ਲੋਕ? ਕਿਸ ਵਰਗ ਦੇ ਲੋਕ ਸੀ ਉਹ? ਇਹਨਾਂ ਵਿੱਚ ਰਾਜਿਆਂ ਨੇ ਯੋਗਦਾਨ ਦਿੱਤਾ ਹੈ, ਕਵੀਆਂ ਨੇ ਯੋਗਦਾਨ ਦਿੱਤਾ ਹੈ, ਉਹ ਲੋਕ ਦਰਸ਼ਨੀ ਸੀ, ਭਵਿਸ਼ਵਕਤਾ ਸੀ, ਅਯਾਲੀ ਲੋਕ ਸੀ, ਮਸ਼ਵੀਰੇ ਸੀ, ਵੈਦ ਸੀ, ਕਰਮਚਾਰੀ ਸੀ ਇਤਿਆਦਿ। ਬਾਈਬਲ ਵਿੱਚ ਕੁੱਲ ਕਿੰਨੇ ਭਾਗ ਨੇ? 2 ਭਾਗ ਨੇ, ਪੁਰਾਣਾ ਨਿਯਮ ਅਤੇ ਨਿਆ ਨਿਯਮ। ਪੁਰਾਣਾ ਨਿਯਮ ਯੀਸ਼ੂ ਮਸੀਹ ਤੋਂ ਪਹਿਲਾਂ, ਨਿਆ ਨਿਯਮ ਯੀਸ਼ੂ ਮਸੀਹ ਤੋਂ ਬਾਅਦ। ਬਾਈਬਲ ਵਿੱਚ ਕੁੱਲ ਕਿੰਨੀਆਂ ਕਿਤਾਬਾਂ ਨੇ? 66 ਕਿਤਾਬਾਂ ਨੇ। ਪੁਰਾਣੇ ਨਿਯਮ ਵਿੱਚ 39, ਨਵੇਂ ਨਿਯਮ ਵਿੱਚ 27। ਬਾਈਬਲ ਵਿੱਚ ਕੁੱਲ ਕਿੰਨੇ ਅਧਿਆਏ ਨੇ? 1199। ਪੁਰਾਣੇ ਵਿੱਚ 929, ਨਵੇਂ ਵਿੱਚ 260। ਬਾਈਬਲ ਵਿੱਚ ਕੁੱਲ ਕਿੰਨੀਆਂ ਆਇਤਾਂ ਨੇ? 31173। ਪੁਰਾਣੇ ਨਿਯਮ ਵਿੱਚ 23214 ਅਤੇ ਨਵੇਂ ਨਿਯਮ ਵਿੱਚ 7959। ਪੁਰਾਣੇ ਅਤੇ ਨਵੇਂ ਨਿਯਮ ਵਿੱਚ ਵੱਡੀਆਂ ਕਿਤਾਬਾਂ। ਪੁਰਾਣੇ ਨਿਯਮ ਵਿੱਚ ਜ਼ਬੂਰ 150, ਜ਼ਬੂਰ ਦੀ ਕਿਤਾਬ ਸਭ ਤੋਂ ਵੱਡੀ ਹੈ, ਜਿਹਦੀ 150 ਅਧਿਆਏ ਨੇ ਔਰ ਉਹਦੀਆਂ ਆਇਤਾਂ ਨੇ 2461। ਨਵੇਂ ਨਿਯਮ ਵਿੱਚ ਮਤੀ ਦੀ ਅੰਜੀਲ ਵੱਡੀ ਹੈ, ਉਹਦੇ 28 ਅਧਿਆਏ ਨੇ, ਉਹਦੀਆਂ ਆਇਤਾਂ ਨੇ 1071। ਪੁਰਾਣੇ ਨਵੇਂ ਨਿਯਮ ਵਿੱਚ ਛੋਟੀਆਂ ਕਿਤਾਬਾਂ ਕਿਹੜੀਆਂ ਨੇ? ਉਪਦੇਆ। ਪੁਰਾਣੇ ਨਿਯਮ ਵਿੱਚ ਉਪਦੇਆ, ਉਹਦੀਆਂ ਆਇਤਾਂ ਨੇ 21, ਇੱਕ ਅਧਿਆਏ ਹੈ, ਉਹਦੀ ਆਇਤਾਂ 21 ਆ। ਅਤੇ ਨਵੇਂ ਨਿਯਮ ਵਿੱਚ ਛੋਟੀ ਕਿਤਾਬ ਹੈ ਦੂਸਰਾ ਯਹੂਨਾ, ਉਹਦਾ ਅਧਿਆਏ ਵੀ 1 ਹੈ ਅਤੇ ਉਹਦੀਆਂ ਆਇਤਾਂ 13 ਹੈ। ਪੁਰਾਣੇ ਨਿਯਮ ਵਿੱਚ ਵੱਡੀ ਛੋਟੀ ਆਇਤਾਂ। ਹੁਣ ਅਸੀਂ ਦੇਖਾਂਗੇ ਕਿ ਪੁਰਾਣੇ ਨਿਯਮ ਵਿੱਚ ਵੱਡੀ ਅਤੇ ਛੋਟੀ ਆਇਤਾਂ ਦੇ ਬਾਰੇ। ਪੁਰਾਣੇ ਨਿਯਮ ਵਿੱਚ ਵੱਡੀ ਆਇਤ ਹੈਗੀ ਆ ਐਸਤਰ ਦੀ ਕਿਤਾਬ, ਉਹਦਾ 8 ਅਧਿਆਏ, ਉਹਦੀ 9 ਆਇਤ। ਅਤੇ ਛੋਟੀ ਆਇਤ ਹੈਗੀ ਆ ਪਹਿਲਾ ਇਤਿਹਾਸ 1 ਅਧਿਆਏ, ਉਹਦੀ 25 ਆਇਤ। ਨਵੇਂ ਨਿਯਮ ਵਿੱਚ ਵੱਡੀ ਅਤੇ ਛੋਟੀ ਆਇਤਾਂ ਨੂੰ ਵੇਖਾਂਗੇ। ਨਵੇਂ ਨਿਯਮ ਵਿੱਚ ਵੱਡੀ ਆਇਤ ਹੈਗੀ ਆ ਪ੍ਰਕਾਸ਼ ਦੀ ਪੋਥੀ 20 ਅਧਿਆਏ, ਉਹਦੀ 4 ਆਇਤ। ਛੋਟੀ ਆਇਤ ਹੈਗੀ ਆ ਯਹੂਨਾ 11, ਉਹਦੀ 35 ਆਇਤ। ਪੁਰਾਣੇ ਨਿਯਮ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੀਆਂ 5 ਕਿਤਾਬਾਂ ਨੂੰ ਵਿਵਸਥਾ ਦੀ ਕਿਤਾਬਾਂ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਤੁਸੀਂ ਸਕਰੀਨ 'ਤੇ ਪੜ੍ਹ ਸਕਦੇ ਹੋ। ਦੂਸਰਾ ਇਹਦੇ ਵਿੱਚ ਕੀ ਲਿਖਿਆ ਹੈ? ਇਤਿਹਾਸਿਕ ਕਿਤਾਬਾਂ 12 ਨੇ।
पुराने नियम विच इतिहासिक किताबां 12 ने जिहड़ियां योशुआ तो लैके एस्तर तक शुरू होंदियां ने। तीसरी इहदे विच चरण आंदा है कवितावां वाली किताबां, वो 5 ने जिहड़ी तुसीं स्क्रीन ते पढ़ सकदे हो, जिद्दां अयूब, जबूर, कहावतां, उपदेशक, श्रेष्ठ गीत। फिर इस विच अगला चरण है बड़े भविष्यवक्तां दीयां किताबां। 4 बड़े भविष्यवक्ता ने यशाया, यिर्मयाह, हिजकियल, दानियल अते यिर्मयाह दा विलाप गीत। छोटे भविष्यवक्ता दीयां किताबां टोटल 12 ने, होशिया तो लैके मलाकी तक। आओ असीं नए नियम नूं जाणांगे। नए नियम नूं 4 भागां विच वंडिया गया है। पहलियां 4 किताबां नूं अंजील आख्या गया, जिस नूं खुशखबरी कहंदे ने, जिस विच यीशु मसीह दे बारे सब कुछ लिखिया होया है। दूसरा इसका चरण है इतिहासिक किताब। इस विच इतिहासिक किताब एक है जिथे परमेश्वर के चेलियां द्वारा काम किए गए उहदे बारे वर्णन किया गया। तीसरा इहदे विच चेलियां द्वारा लिखी हुई पत्रियां 21 पत्रियां टोटल ने, रोमिया किताब तो लैके यहूदा की पत्री तक। चौथा चरण इहदा हैगा है भविष्यवक्ता दी भविष्यवाणी की किताब, प्रकाश की पोथी। आओ इसे अगे देखांगे। पुराने नियम नूं लिखण दे समय काल नूं BC ईसा पूर्व कहा जाता है, यानी यीशु मसीह तो पहलां दा। नए नियम नूं लिखण दे समय काल नूं AD कहंदे ने, यानी कि ईसवी, जिस विच अज असीं जिउंदे हां। पुराने नियम विच कुछ ध्यानयोग विषय ने। सारी दुनिया के बनाउण का वर्णन किया गया है, इसराइल के इतिहास का वर्णन किया गया है, मसीहा के आउण का वर्णन किया गया है। नवें नियम दे विच अंजीलां विच मसीहा प्रगट होंदा है, रसूलां की किताब विच मसीहा का प्रचार किया जाता है, पत्रियां दी विच मसीहा का वर्णन किया जाता है, प्रकाश की पोथी जिसनूं भविष्यवाणी की किताब कहते हैं, मसीहा के वापस यानी दुबारों आउण की आशा के बारे दस्या गया है। सो मैं विश्वास करता हाँ कि ये सारी जानकारी आप जी दे तक पहुँची है तो आप जी नूं ये अच्छी लगी है। मैं चाहना हाँ कि जिन्हें भी प्रभु यीशु मसीह ते विश्वास करते हैं वो कृपा करके अपनी कापी ते जरूर इस गल्लां नूं लिख लैण, तां जो भविख दे विच जदों भी कोई तुहाडे कोल पुछदा है कि बाइबल की है तो तुहाडे कोल उन्हां नूं उत्तर देण लई कुछ होवे। सो मैं उम्मीद करदा हाँ परमेश्वर आप सब नूं इन्हां वचनां दे द्वारा, इस नॉलेज दे द्वारा आशीष दे। आप सब जी नूं जय मसीह दी।